ਸਤਿ ਵਾਹਿਗੁਰੂ ਚਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਰਾਗ ਸੰਗੀਤਾ ਵਿੱਚ ਆਉਂਦੇ ਮਹਲਾ ਪਹਿਲਾ ਨਾਨਕ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰ ਕੀਤਾ ਹੋਇਆ ਪਾਵਨ ਸ਼ਬਦ ਹੈ। ਆਗਮ ਭੈਣੇ ਗਲ ਮਿਲੈ ਅੰਕ ਸਹੇਲਣੀਆ। ਸਤਿਗੁਰੂ ਕਹਿੰਦੇ ਕਿ ਅਸੀਂ ਜੀਵ ਰੂਪ ਇਸਤਰੀ ਹੈ ਜੀ, ਸਾਡਾ ਇੱਕ ਹੀ ਪਤੀ ਉਹ ਪਰਮਾਤਮਾ ਹੈ। ਇੱਥੇ ਬੜੀ ਪਿਆਰੀ ਵਚਨ ਆਏ ਕਿ ਆਓ ਜੀਵ ਰੂਪ ਇਸਤਰੀਓ ਮੇਰੀ ਭੈਣੋ, ਆਪਾਂ ਗਲ ਮਿਲੈ। ਗਲ ਮਿਲਣ ਦਾ ਅਰਥ ਹੈ ਵੀ ਇਕੱਠਾ ਹੋ ਬੈਠੀਏ। ਅੱਗ ਸਹੇਲਣੀਆਂ, ਅੱਗ ਨੂੰ ਕਹਿੰਦੇ ਵੀ ਅਸੀਂ ਕਿਸੇ ਨੂੰ ਆਪਣੀ ਪਕੜੀ 'ਚ ਲੈਂਦੇ ਹਾਂ। ਸਹੇਲਣੀਆਂ ਆਓ ਭੈਣੋ, ਸਹੇਲੀਓ ਬੈਠ ਕੇ ਨਾ। ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਸਮਰੱਥ ਪ੍ਰਮਾਤਮਾ ਕੋਈ ਗੁਣ ਗਾਈਏ। ਅਨੇਕਾਂ ਪੰਕਤੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਪ੍ਰਾਪਤ ਹੁੰਦੀਆਂ ਇਸ ਵਿਸ਼ੇ ਦੇ। ਲਾੜੀਆਂ ਦੀ ਬਾਣੀ 'ਚ ਵੀ ਮਹਾਰਾਜ ਕਹਿੰਦੇ ਹੈ ਆਹੋ ਮਿਲੋ ਸਹੇਲੀਓ ਸੱਜਣਾ ਨਾਮ ਲਏ। ਆਓ ਜੀਵ ਰੂਪੀ ਇਸਤਰੀ ਹੋ, ਆਪਾਂ ਬੈਠ ਕੇ ਨਾ ਵਾਹਿਗੁਰੂ ਦਾ ਨਾਮ ਜਪੀਏ। ਰੋਵੈ ਬਿਰਹਾ ਤਾਨਕਾ ਆਪਣਾ ਸਾਹਿਬ ਸੁਭਾਤੇ। ਕਿਸੇ ਦੇ ਸਰੀਰ ਛੱਡਣ ਕੇ ਨਾ ਰੋਵੋ ਕਿ ਫਲਾਣਾ ਤੁਰ ਗਿਆ ਤੇ ਸੱਤਰ ਪਛਾ ਕੇ ਦੱਸਦਾ ਜਦੋਂ ਹੋਈ ਜਾਣਾ। ਆਓ ਆਪਾਂ ਬੈਠ ਕੇ ਗਲ ਤੱਕ ਕੇ ਮਿਲੀਏ ਤੇ ਯਾਦ ਵਾਹਿਗੁਰੂ ਨੂੰ ਕਰੀਏ ਜਿਹਦੇ ਨਾਲ ਅਸੀਂ ਵਿਛੜੇ ਹੁੰਦੇ ਹਾਂ। ਰੋਵੈ ਬਿਰਹਾ ਤਾਨਕਾ, ਵਿਛੋੜੇ ਕਰਕੇ ਰੋਈਏ ਜੇ ਰੋਣਾ ਹੈ ਤਾਂ। ਤੇ ਰੋ ਕੇ ਕੀ ਕਰੀਏ? ਆਪਣਾ ਸਾਹਿਬ ਸੰਭਾਲੇ। ਹਾਂ, ਆਪਣੇ ਸਾਹਿਬ ਨੂੰ ਸੰਭਾਲੀਏ। ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਭੇ ਉੱਥੇ ਜਾਣਾ। ਜਿਹਨੂੰ ਅਸੀਂ ਰੋ ਰਹੇ ਹਾਂ ਅਸੀਂ ਵੀ ਇੱਕ ਦਿਨ ਉੱਥੇ ਜਾਣਾ। ਇਹਦਾ ਮਤਲਬ ਇਹ ਸਿਆਣੀ ਇਸਤਰੀ ਇਹ ਗੱਲ ਕਹਿ ਰਹੀ ਹੈ। ਮੰਨ ਲਓ ਕਿਸੇ ਦੀ ਮੌਤ ਹੋ ਜਾਂਦੀ ਹੈ, ਉਹਦੇ ਸਰੀਰ ਤੁਹਾਨੂੰ ਉੱਥੇ ਰੋਣ ਵਾਲੇ ਨਜ਼ਰ ਆਉਣਗੇ, ਸਮਝਾਉਣਗੇ ਨਾ, ਤੁਹਾਨੂੰ ਕੋਈ ਘੱਟ ਨਜ਼ਰ ਆਏਗਾ ਵੀ ਜਿਹੜਾ ਚਲਾ ਗਿਆ ਭਾਈ ਇਹਨੇ ਚਲੇ ਜਾਣਾ ਹੈ, ਹੁਣ ਸਾਡੇ ਰੋਣ ਨਾਲ ਕੀ ਹੋਣਾ। ਮਹਾਰਾਜ ਕਹਿੰਦੇ ਨਾ ਧੰਦਾ ਪਿੰਡੂ ਭਾਈਓ ਕੂੜ ਕਮਾਬੂ ਉਹ ਨਾ ਸੁਣੇ ਕਾਤੀ ਤੁਮ ਲੋਕ ਸਲਾਮ। ਮਹਾਰਾਜ ਕਹਿੰਦੇ ਨਾ ਤੇ ਜਾਣ ਬੜਾ ਸਾਡਾ ਪਿਛਲੇ ਰੋਣ ਵਾਲਿਆਂ ਨੂੰ ਸੁਣਦਾ, ਸਾਡਾ ਰੋਣ ਸੁਣਦਾ ਨਾ ਰੱਬ ਨੇ ਕੋਈ ਦਰਸ ਕਰਦਾ। ਫਿਰ ਸਿਆਣਾ ਬੰਦਾ ਉੱਥੇ ਸਿਆਣੀ ਜੀਵ ਨੂੰ ਇਸਤਰੀ ਕਹੇਗੀ ਨਾ ਭਾਈ ਇਹਨੂੰ ਰੋਣ ਦਾ ਕੋਈ ਫਾਇਦਾ ਨਹੀਂ, ਹੁਣ ਜੇ ਬੈਠੀਆਂ ਤੇ ਰੱਬ ਦੇ ਵਿਛੋੜੇ 'ਚ ਹੋਈਏ। ਇਹ ਜਿਹਦੇ ਕੋਲ ਗਿਆਨ ਹੈ ਉਹ ਗੱਲ ਕਹੇਗਾ ਵੀ ਰੋਵੈ ਬਿਰਹਾ ਤਾਨਕਾ ਆਪਣਾ ਸਾਹਿਬ ਸੰਭਾਲੇ। ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ। ਆਓ ਸਾਹਿਬ ਨੂੰ ਸੰਭਾਲੀਏ, ਪੰਥ ਦਾ ਜਿੱਧਰ ਰਸਤਾ ਉਸ ਰਸਤੇ ਨੂੰ ਸੰਭਾਲੀਏ। ਅਸਾਂ ਭੇ ਉੱਥੇ ਜਾਣਾ। ਅੱਜ ਇੱਥੋਂ ਰੋ ਰਹੇ, ਕੱਲ ਅਸੀਂ ਵੀ ਇੱਥੇ ਤੁਰਨਾ ਹੈ। ਰੋਣਾ ਰੋਵਣ ਸਗਲ ਬੇਕਾਰ ਹੋਇਆ ਕਿ ਰੋਇਆ ਤੋਂ ਹੁਣ ਹੱਥ ਕੁਝ ਨਹੀਂ ਆਉਣਾ। ਮੋਰੀ ਰੋਣ ਝੋੜ ਲਾਇਆ ਭੈਣੇ ਸਾਵਣ ਆਇਆ। ਇੱਥੇ ਵੀ ਇਹਦੇ 'ਚ ਮੁੰਦ ਕੁਟਾਰੇ ਜੇਬੜਾ, ਇਹ ਸਾਰਾ ਸ਼ਬਦ ਆਪ ਜੀ ਪੜ੍ਹ ਕੇ ਵੇਖੋ। ਰਾਗੀ ਸਿੰਘ ਬਹੁਤ ਬਲਾਰ ਰਾਗ ਜਦੋਂ ਇਹ ਮੌਸਮ ਚੱਲਦਾ ਰਾਗੀ ਸਿੰਘ ਬੜਾ ਪਿਆਰਾ ਸ਼ਬਦ ਗਾਉਂਦੇ ਆ। ਉਦੋਂ ਵੀ ਜੇ ਹੋਰਾਂ ਨੇ ਰੋਣ ਝੋੜ ਲਾਇਆ ਤੇ ਸਾਨੂੰ ਵੀ ਬੈਠ ਕੇ ਰੱਬ ਨੂੰ ਜਪ ਲੈਣਾ ਚਾਹੀਦਾ ਹੈ। ਹੋਰ ਵੀ ਤੇ ਪਹਿਲਾਂ ਪਾ ਹੀ ਗਏ, ਹੋਰ ਵੀ ਤੇ ਰੱਬ ਦਾ ਸ਼ੁਕਰਾਨਾ ਕਰਦੇ, ਸਾਨੂੰ ਵੀ ਰੱਬ ਦਾ ਧੰਨਵਾਦ ਤੇ ਸ਼ੁਕਰਾਨਾ ਹੀ ਸਦਾ ਕਰਨਾ ਚਾਹੀਦਾ। ਆਵੋ ਭੈਣੇ ਗਲ ਮਿਲੇ ਹੈ, ਆਓ ਭੈਣੋ ਗਲ ਮਿਲੀਏ। ਅੰਕ ਸਹੇਲੀਆਂ, ਆਓ ਸਾਰੀਆਂ ਆਪਾਂ ਸਹੇਲੀਆਂ ਇਕੱਠੀਆਂ ਹੋਈਏ। ਸਾਰੀਆਂ ਆਪਾਂ ਮਿਲ ਕੇ ਕਹਾਣੀਆਂ ਪਾਈਏ ਜਾਂ ਕਰ ਰਹੇ ਤੇ ਸ਼ਬਦ ਵਰਤੇ ਵੀ ਉਹਦੀਆਂ ਕਹਾਣੀਆਂ ਕਰੀਏ ਜਾਂ ਕਹਾਣੀਆਂ ਪਾਈਏ। ਇਹਦੀਆਂ ਕਹਾਣੀਆਂ ਜਿਹੜਾ ਸਮਰੱਥ ਤਤ ਪਤੀ ਨੂੰ ਕਹਿੰਦੇ ਆ। ਕਹਿੰਦੇ ਜਿਹੜਾ ਪਤੀ ਪਰਮਾਤਮਾ ਸਾਡਾ ਖਸਮ ਹੈ, ਸਾਡਾ ਮਾਲਕ ਹੈ, ਆਓ ਉਹਨੂੰ ਜਿਹੜਾ ਸਮਰੱਥ ਹੈ, ਸਭ ਤੋਂ ਵੱਡੀ ਤਾਕਤ ਜਿਹਦੇ ਕੋਲੇ, ਆਓ ਬੈਠ ਕੇ ਆਪਾਂ ਉਹਦੀ ਗੱਲ ਕਰੀਏ, ਉਹਦੀਆਂ ਕਹਾਣੀਆਂ ਪਾਈਏ। ਕਹਾਣੀਆਂ ਦਾ ਵੀ ਉਹਦੇ ਬਾਰੇ ਕੁਝ ਨਾ ਕੁਝ ਕਹੀਏ ਇੱਕ ਦੂਸਰੇ।
ਇੱਥੇ ਕੋਈ ਬੈਠ ਕੇ ਚੁਗਲੀ ਕਰਨ ਵਾਸਤੇ ਨਹੀਂ ਕਿਹਾ ਗਿਆ। ਹੁਣ ਸਾਡੀ ਆਦਤ ਕੀ ਹੈ, ਉਹਦੇ ਇੱਥੇ ਅੱਜ ਜਿਹੜੇ ਸ਼ਬਦ ਦੀ ਵਿਚਾਰ ਉਹ ਕੱਲੀਆਂ ਕੋਈ ਇਸਤਰੀਆਂ ਵਾਸਤੇ ਨਹੀਂ ਹੈ, ਅਸੀਂ ਸਾਰੀਆਂ ਇਸਤਰੀਆਂ ਤੇ ਅਸੀਂ ਇਕੱਠੇ ਹੁੰਦੇ ਹਾਂ। ਉਹ ਕੱਲ੍ਹ ਨਾ ਅਸੀਂ ਕਿਤੇ ਲੱਗੇ ਤੇ ਆ ਗੁਰਦੁਆਰਾ ਨਹੀਂ ਦਰਬਾਰ ਬਣਿਆ, ਮੈਂ ਪਿੰਡ ਦਾ ਨਾਮ ਨਹੀਂ ਲਾ ਕੇ ਮੁझे ਕਈ ਗੁੱਸਾ ਕਰਦੇ ਵੀ ਸਾਡੇ ਪਿੰਡ ਦਾ ਸਟੇਜ ਦੇ ਨਾਮ ਬੋਲਦੇ। ਆਹ ਦਰਬਾਰ ਜਿਵੇਂ ਬਣਿਆ ਦਰਬਾਰ, ਤੁਸੀਂ ਕਿਤੇ ਦਰਬਾਰ ਦੇ ਬਾਹਰ ਬੈਠੋ ਤੇ ਸਾਡੀ ਪਿੱਠ ਹੋ ਜਾਏ ਨਾ ਤੇ ਉਹ ਬੰਦੇ ਨੂੰ ਮਹਿਸੂਸ ਹੁੰਦਾ ਹੈ ਵੀ ਮੈਂ ਗੁਰਦੁਆਰੇ ਬੈਠਾ। ਤੇ ਉਹ ਸੱਜਣ ਕੀ ਕਰ ਰਹੇ ਹਨ, ਮੈਂ ਕਹਿਣਾ ਵੈਸੇ ਮੈਨੂੰ ਗੁਰਦੀ ਸਿੰਘ ਦਾ ਬਿਲਕੁਲ ਨੰਬਰ ਨਹੀਂ ਹੈਗਾ, ਜੇ ਹੁੰਦਾ ਤੇ ਉਸੇ ਟਾਈਮ ਫੋਨ ਕਰਨਾ ਸੀ। ਤੰਗ ਅਸੀਂ ਰਸਤੇ 'ਚ ਰਹੇ ਹਾਂ, ਦਰਬਾਰ ਦੇ ਨਾਲ ਕੰਨ ਜੋੜ ਕੇ ਬੈਠੇ ਨੇ ਤੇ ਤਾਸ਼ ਖੇਡਦੇ ਪਏ ਹਨ ਦੁਪਹਿਰੇ। ਮੇਰੇ ਕੋਲ ਹੋਣੇ 12-14 ਸਰੀਰ ਹੋਣਗੇ। ਦਰਬਾਰ ਇੱਕ ਤਾਂ ਹੁੰਦਾ ਵੀ ਬਾਹਰ ਚਲੋ ਪਾਰਕ 'ਚ ਕੋਈ ਬੈਠਾ ਹੋਵੇ ਤਾਸ਼ ਖੇਡਦਾ ਹੋਵੇ, ਇੱਕ ਹੈਗਾ ਚਲੋ ਇੱਥੋਂ ਬਾਹਰ ਡਿਓੜੀ 'ਚ ਕੋਈ ਬੈਠਾ ਖੇਡਦਾ ਹੋਵੇ। ਦਰਬਾਰ ਦੀ ਕੰਧ ਨਾਲ ਕੰਨ ਲਾ ਕੇ ਤਾਸ਼ 12 ਬੰਦੇ 14 ਬੰਦੇ ਖੇਡਦੇ ਪਏ। ਮੇਰੇ ਕੋਲ ਗੁਰਦੀ ਸਿੰਘ ਦਾ ਨੰਬਰ ਨਹੀਂ, ਮੈਂ ਕਹਿਣਾ ਵੀ ਦਰਬਾਰ ਕੋਈ ਤਾਸ਼ ਖੇਡਣ ਲਈ ਬਣਾਇਆ। ਜੇ ਇੱਥੇ ਮਿਲ ਕੇ ਬੈਠ ਕੇ ਕੁਝ ਕਰਨ ਲਈ ਕਿਹਾ ਤੇ ਰੱਬ ਦੀ ਗੱਲ ਕਰਨ ਲਈ ਕਿਹਾ, ਬੈਠ ਕੇ ਤਾਸ਼ ਖੇਡਣ ਲਈ ਨਹੀਂ ਕਿਹਾ ਗਿਆ, ਜਾਂ ਇੱਥੇ ਬੈਠ ਕੇ ਚੁਗਲੀਆਂ ਕਰਨ ਲਈ ਨਹੀਂ ਕਿਹਾ ਗਿਆ, ਜਾਂ ਇੱਥੇ ਬੈਠ ਕੇ ਹੋਰ ਕੁਝ ਕਰਨ ਲਈ ਨਹੀਂ ਕਿਹਾ ਗਿਆ। ਗੁਰੂ ਸਾਹਿਬ ਦਾ ਡਰ ਹੀ ਨਹੀਂ ਸਾਡੇ ਅੰਦਰ ਰਹਿ ਗਿਆ। ਦਰਬਾਰ 'ਚ ਤਾਸ਼ ਖੇਡਣ ਤੱਕ ਲੈ ਕੇ ਆ ਗਏ। ਦਰਬਾਰ ਹੀ ਅੰਦਰ ਬੈਠ ਜਾਓ, ਜਾ ਕੇ ਉੱਥੇ ਬਾਹਰ ਬੈਠ ਲਓ, ਗੱਲ ਤੇ ਦਰਬਾਰ ਨੂੰ ਕੱਢ ਲਾ ਕੇ ਕੀ ਹੈ। ਬਾਹਰ ਇੱਥੇ ਕਹਿੰਦੇ ਆਓ, ਇੱਥੇ ਚੁਗਲੀਆਂ ਕਰਨ ਲਈ ਨਹੀਂ ਸੱਦਿਆ ਜਾ ਰਿਹਾ ਕਿਸੇ ਨੂੰ। ਇੱਥੇ ਦੁਨੀਆ ਵੀ ਰੋਣ ਵਾਸਤੇ ਵੀ ਨਹੀਂ ਸੱਦਿਆ ਵੀ ਸਾਡਾ ਕੋਈ ਤੁਰ ਗਿਆ, ਆਓ ਭੈਣੋਂ ਬਹਿ ਕੇ ਆਪਾਂ ਰੋੜ ਲਈਏ 10 ਮਿੰਟ, ਆਓ ਭੈਣੋਂ ਆਪਾਂ ਗੁਆਂਢੀਆਂ ਦੀਆਂ ਗੱਲਾਂ ਕਰ ਲਈਏ 10 ਮਿੰਟ, ਆਓ ਫਲਾਣੇ ਨੂੰ ਆਪਾਂ ਉਹਦੇ 'ਚ ਫਿਰ ਦਿੰਦੇ ਆ ਚੁਗਲੀ ਹੈ। ਤੇ ਮਹਾਰਾਜ ਕਹਿੰਦੇ ਚੁਗਲ ਨਿੰਦਕ ਭੁੱਖੇ ਰੋਣ ਪੂਏ, ਤੇ ਨਾ ਹੱਥ ਨਾ ਕਥਾਊ ਪਾਏ। ਮਹਾਰਾਜ ਕਹਿੰਦੇ ਜੇ ਬੈਠੇ ਆ 10 ਮਿੰਟ ਸਾਨੂੰ ਜਪਣਾ ਚਾਹੀਦਾ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਆਪ ਜੀ ਘਰੇ ਬੈਠੇ ਹੋ ਬੱਚਿਆਂ ਦੇ ਵਿੱਚ ਗੁਰੂ ਦੀ ਗੱਲ ਕਰੋ, ਆਪ ਕਿਸੇ ਰਿਸ਼ਤੇਦਾਰ ਤੇ ਜਾਂਦੇ ਹੋ ਗੁਰੂ ਦੀ ਗੱਲ ਕਰੋ, ਆਪ ਕਿਸੇ ਪ੍ਰੋਗਰਾਮ ਤੇ ਵਿਆਹ ਸ਼ਾਦੀ 'ਚ ਜਾਂਦੇ ਹੋ ਗੁਰੂ ਦੀ ਗੱਲ ਕਰੋ। ਅਸੀਂ ਜਿੱਥੇ 4 ਸਰੀਰ ਬੈਠੇ ਸਾਨੂੰ ਗੁਰੂ ਦੀ ਗੱਲ ਕਰਨੀ ਚਾਹੀਦੀ ਸਾਨੂੰ ਜਿੱਥੇ ਵੀ ਹੈ, ਕਿਉਂਕਿ ਇਹੀ ਤੇ ਕਿਹਾ ਗਿਆ ਅੱਜ ਦੇ ਸ਼ਬਦ 'ਚ, ਆਓ ਭੈਣੋ ਆਪਾਂ ਮਿਲ ਕੇ ਬੈਠ ਗਏ। 10 ਇੱਕ ਵਜੇ ਵਿਆਹ ਤੇ ਗਿਆ ਤੇ ਉੱਥੇ ਸਰੀਰ ਬੈਠੇ, ਅਸੀਂ ਬੈਠੇ ਪੈਲਸ ਤੋਂ ਬਾਹਰ, ਕਿਉਂਕਿ ਅੰਦਰ ਹੋਰ ਕੋਈ ਚੱਲ ਰਿਹਾ ਹੈ ਸ਼ਰਾਬ ਪੀ ਜਾਂਦੇ। ਉਹ ਫਿਰ ਮੇਰੇ ਨਾਲ ਦੇ ਸਾਥੀ ਕਹਿੰਦੇ ਬਾਬਾ ਜੀ ਹੁਣ ਬੈਠੇ ਤੇ ਆਓ ਆਪਾਂ ਸਾਈਡ ਤੇ ਜਾ ਕੇ ਬੈਠੇ ਤੇ ਬਾਬਾ ਜੀ ਨੂੰ ਕੋਈ ਗੱਲ ਸੁਣਦੇ ਆ ਵੀ ਗੁਰੂ ਘਰ ਦੀ ਗੱਲ। ਆਪਾਂ ਉਹ ਨਹੀਂ ਸੁਣਨਾ ਜੋ ਲੱਗਾ। ਉਹ ਕਹਿੰਦੇ ਵੀ ਜਿੱਥੇ ਆਵਾਜ਼ ਘੱਟ ਹੋਵੇ ਚਲੋ ਆਪਾਂ ਉੱਧਰ ਜਾ ਕੇ ਬੈਠਦੇ ਆ। ਚੰਗੀ ਗੱਲ ਹੈ ਵੀ ਸਾਡੇ ਕੋਲ ਬੈਠਣ ਦਾ ਸਮਾਂ ਹੈ, ਉਹ ਆਪਾਂ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ। ਇੱਥੇ ਇਹੀ ਅੱਜ ਮਹਾਰਾਜ ਨੇ ਕਿਹਾ ਆਪ ਉਹ ਭੈਣੇ ਗਲ ਮਿਲ ਹੈ। ਇਹਦੇ ਭਾਵੇਂ ਪੁਰਸ਼ ਨੇ ਇਸਤਰੀ ਹੈ, ਅਸੀਂ ਸਾਰੀਆਂ ਇਸਤਰੀਆਂ ਦਾ ਨੇ ਪਹਿਲੇ ਬੇਨਤੀ ਕੀਤੀ। ਅੰਕ ਸਹੇਲੜੀਆਂ ਆਓ ਗਲੇ ਲੱਗ ਕੇ ਮਿਲੀਏ, ਮਿਲ ਕੇ ਕਰੇ ਕਹਾਣੀਆਂ, ਆਪਾਂ ਮਿਲ ਕੇ ਕਹਾਣੀਆਂ ਪਾਈਏ। ਸਮਰੱਥ ਕੰਤਕੀਆਂ, ਹੋਰ ਕਿਸੇ ਨੂੰ ਨਹੀਂ ਯਾਦ ਕਰਨਾ, ਰੱਬ ਨੂੰ ਯਾਦ, ਵਾਹਿਗੁਰੂ ਗੁਰੂ ਨੂੰ ਯਾਦ ਕਰੀਏ ਜੀ। ਸੱਚੇ ਸਾਹਿਬ ਸਭ ਗੁਣ ਉਹਨੂੰ ਯਾਦ ਕਰੀਏ ਜਿਸ ਸੱਚੇ ਸਾਹਿਬ 'ਚ ਸਾਰੇ ਗੁਣ ਹੈ। ਤੇ ਸਾਨੂੰ ਯਾਦ ਕੀਤਿਆਂ ਲਾਭ ਕੀ ਹੋਏਗਾ, ਉਹ ਗੁਣ ਸਾਡੇ ਅੰਦਰ ਆਉਣਗੇ। ਸਾਨੂੰ ਯਾਦ ਕੀਤਿਆਂ ਲਾਭ ਕੀ ਹੋਏਗਾ, ਜਿਹਨੂੰ ਅਸੀਂ ਯਾਦ ਕਰਦੇ ਹਾਂ। ਜੇ ਗੁਣੀ ਬੰਦੇ ਕੋਲ ਤੁਸੀਂ ਬੈਠੋਗੇ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੋਵੇਗਾ। ਉਹ ਤੇ ਹੈ ਹੀ ਸਮਰੱਥ ਹੈ। ਸਾਚੇ ਸਾਹਿਬ ਸਭ ਗੁਣ, ਜਿਹਦੇ ਅੰਦਰ ਸਾਰੇ ਗੁਣ ਹਨ। ਔਗਣ ਸਭ ਅਸਾਹਾ, ਉਹਦੇ 'ਚ ਸਾਰੇ ਗੁਣ ਹੈ ਤੇ ਔਗਣ ਸਭ ਅਸਾਂ। ਅਸਾਂ ਦਾ ਤਾਂ ਸਾਡੇ ਅੰਦਰ ਸਾਰੇ ਔਗਣ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਇੱਕ ਵੀ ਗੁਣ ਨਹੀਂ ਹੈ। ਜੇਤਾ ਸਮੁੰਦ ਸਾਗਰ ਪੀਰ ਭਰਿਆ ਦੇਤੇ, ਔਗਣ ਹਮਾਰੇ ਇੱਕ ਦੋ ਵੀ ਨੇ, 2-4 ਵੀ ਨਹੀਂ ਹੈ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਲਾ ਵਾਦ, ਹਰ ਕਿਰਪਾ ਕਰਕੇ ਬਖਸ਼ ਦਿਓ। ਹਉ ਪਾਪੀ ਵੱਟ ਗੁਣ ਹੈ, ਯਾਦ ਕਿਤੇ ਔਗਣਾਂ ਨਾਲ ਭਰੇ ਹੈ। ਆਓ ਜੀ ਗੁਣਾਂ ਦਿਖ ਜਾਂਦੇ ਨੂੰ ਯਾਦ ਕਰੀਏ। ਸਾਡੇ 'ਚ ਤੇ ਔਗਣ ਹੀ ਹੈ, ਜੇ ਤੂੰ ਬੋਲੇਗਾ ਤਾਂ ਜੀ ਕਰਤਾ ਸਭ ਕੋ ਤੇਰੇ ਜੋਰ। ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਮੂਲ ਮੰਤਰ 'ਚ ਆਉਂਦਾ ਕਰਤਾ ਸ਼ਬਦ, ਜਿਹਨੇ ਸਭ ਕੁਝ ਪੈਦਾ ਕੀਤਾ। ਇਹ ਸਭ ਨੂੰ ਪੈਦਾ ਕਰਨ ਵਾਲੇ ਸਭ ਕੋ ਤੇਰੇ ਜੋਰ, ਇੱਥੇ ਜ਼ੋਰਦਾਰ ਤੋਂ ਹੁਕਮ ਹੈ। ਸਭ ਕੁਝ ਤੇਰੇ ਹੁਕਮ 'ਚ ਹੀ ਹੈ। ਹੁਕਮ ਹੈ ਅੰਦਰ, ਸਭ ਕੋ ਬਾਹਰ ਹੁਕਮ ਨਾ ਹੋਏ। ਜਾਂ ਹੀ ਇੱਕ ਸ਼ਬਦ ਪੜ੍ਹਦੇ ਹਰ,
मेरे हर जियो सब को तेरे वस असा जोर नाही केश कार हम साकै ज्यों भावै तिवै बख्श। साढ़े च कोई ताकत नहीं है, जोर ते तेरा चलना है, हुक्म ते तेरा चलना है, रजा ते तेरी च सानू रहना पैना है। करता सब को तेरा जोर, हे वाहिगुरू सृष्टि के करता जी तुहाडे हुक्म च ही सब कुछ चल रहा, सब तो वड्डी ताकत तुहाडे कोल ही है। एक शब्द विचारिए हाँ, जदों एक शब्द को विचारिए, एक शब्द गुरु का शब्द है। शब्द से बहुत कुछ मिलता है, सब लिटरेचर बहुत मिलता है, पर विचार एक गुरु की यही करते हैं। एक को शब्द कोई होर भी नहीं। महाराज कहते जे एक शब्द विचारिए, जे एक शब्द को विचारिए जादू ता क्या होर जा तू तां क्या होर, जे तू साडे वल है तो फिर होर दी ताक रखने की सानू की जरूरत है। जा तू मेरे वल है तां क्या, आ पंक्ति दे वो पंक्ति अर्थ कर रही है। जे तू मेरे वल है तां क्या होर, बड़े प्यारे बोलते एक शब्द विचारिए जी विचारिए जा तू, जे तू मेरे नाल है तां क्या होर, कहते फिर होर दे के मैं जाके अपने गोडे टेका दी। जो तू ही समर्थ है, तू ही सब तो बड़ा ताकतवर है, तू ही मेरे औगणा को दूर कर सकता है, तेरा हुक्म भी सारियां ते चलना है, तो फिर होर दे के कोई मैं जाके चुका दी। मैनू माण नहीं इस गल का कि तेरे वर्गा कोई होर है कि होर पूरा मेरी राग नहीं, अमृत नाम हृदय महदीनो जन्म जन्म की बैठ गई, निबरा दुष्ट बैराज गुर पूरे का जपया जाप, कहाँ करे कोई बेचारा प्रभ मेरे का, कोई बेचारा कर भी की सकता, मेरे प्रभु का प्रताप बहुत बड़ा है, वो सब तो बड़ा है। जे तू मेरे वल है जा जा, आप शब्द पढ़िया जिसके सिर ऊपर तू स्वामी, जा तू तां क्या होर, जिसके सिर ऊपर तू स्वामी सो दुख कैसा, जिहदे सिर को मालिक खड़ो तो कोई दुखी नहीं कर सकता। यतन बहुत लोग करते हैं, तुहानू वेखणगे, तुहानू चोपा मार मार के वेखणगे, वो दुखी करना तो चाहते हैं, पर जो गुरु तुहाडे सिर पर खड़ा कोई तुहानू दुखी नहीं कर, लोग बहुत चोपा मारते हैं, वो पूरा जोर लाउणगे भी इहनू कलपाउणा, इहनू दुखी करना है किसी तरीके नाल होए, पर तुसीं हस के गुरुद्वारे आओगे उन्होंने होर तकलीफ होनी है। तुसीं जुड़े हो ना, तुहाडा बुरा गुरु किवें होण देगा जी, क्योंकि वो नाल खड़ा है, लोग जिन्ना मर्जी करी जाए, तो जो फिर भी तुसीं चढ़दी कला च होवोगे तो फिर उन्होंने तकलीफ होएगी। किसी को दुख देना होगा ना, तुसीं प्रसन्न, तुहाडा विरोधी उदों दुखी होगा जो तुसीं खुश होवोगे, तुसीं खुश नंद च रहना शुरू कर दो, विरोधी वैसे छड्ड दिंदे हैं भी मैं तो इतना इन्ना बुरा कर रहा, फिर भी हसदा पिया, क्योंकि फिर भी आज एक दिन बेनती की है ना भी मुंबई च शेख नाल सरदार के ट्रक चलते हैं, तो वो कहता भी इन्हों का काम ठप्प करिए, उन्हें जादू टोने वाला सद लिया, उन्हें सारा जोर लाया कि उन्होंने नुकसान नहीं कर सकिया, उन्हें होर पैसे दिते, वो डिगते हैं, सवेरे खबर मिलेगी इन्होंने ट्रक समुद्र च डिग पे, सवेरे खबर मिलेगी उन्होंने ट्रकों को जाद्या अग लग गई, और जो नुकसान होया तो शेख कहते भी पैसे जिन्ने मर्जी लेना, उन्होंने ट्रक जोड़े जो सड़ जाने चाहिए, समुद्र जो भी इन्हों का काम खत्म करो, कहते भी वो सारा जोर उन्हें ला लिया सी, वो खीरले दिन वो कहता जो जादू टोने करने वाला कहता तुसीं बस अज की रात कढ़ो, तो कल को तुसीं इन्ने बजे बाद उन्होंने कोल चले जाओ, तुहानूं बड़े दुखी नजर आउणगे और बड़ा उन्होंने नुकसान होया होगा, रात को नींद कितने आएगी, सवेरे उन्होंने नुकसान होगा। बुरा करने वाले को किसी का बुरा करके बड़ी खुशी मिलती है, मारे कहते ना पाप बुरा पापी को प्यारा, पाप है बहुत माड़ा है, तो कई बंदे पाप करके भी भगड़ा पाते, किसी को मार के भी खुशी मनाते, पार्टियां करते हैं, है तो माड़ी गल है बहुत, और मार के किसी को भी उजा के पार्टियां करते हैं, उस समय उन्होंने सोच के दिमाग उन्होंने कौमे जान वो दूजे मुकाबले हावी हो। उस वेले जो शेख गया उन्होंने सरदारा की जिथे उन्होंने सारा सिस्टम से दफ्तर से
उन्होंने अगों मठियाई का डब्बा किया, कहते जी आ मठियाई खाओ, बड़े खुश बैठे, बड़े प्रसन्न। कहते जी काफ़ी खुशी से कहने लगे गुरु साहब की कृपा होई, 5 कुछ ट्राले आपने होर नवे कल ले लए, वो हुण होर सड़िया। फिर वो जो बुरा करने वाला उन्होंने घरे जाते हैं भी मेरा असर क्यों नहीं इन्होंने कुछ हो रहा। कहते जो उन्होंने घर प्रवेश एंटर कर लगा, उन्होंने दरवाजे चों कोई झटका लगता, डिग पैंदा, हथ जोड़ के खड़ देना, सरदार जी किहड़ा मंत्र जपते हो, मैं तुहाडा बुरा करने का बहुत यतन किया, बहुत ज़्यादा बुरा किया, तुहाडा बुरा होया नहीं, किहड़ा मंत्र जपते हो। सरदार जी हाथ जोड़ के कहते साढ़े को गुरु नानक साहब का मंत्र है, एक ओंकार सतनाम करता पुरख निर्भौ निर्वैर अकाल मूर्त अजूनी सहबान। और प्रसाद वो माड़ा करने वाला हाथ जोड़ के कहता शेख जी जी की रसना तो बाबे नानक का मंत्र होएगा, मैं वह कभी बुरा नहीं कर सकता, मेरे बस की गल नहीं। उन्हें फिर दसिया, कहता जी थोड़ा बुरा करना चाहते हैं। वो हस के कह लगे तुम बुरा करना चाहते, अं बुरे का भी भला मंगण वाले, फरीदा बुरे का भला कर गुस्सा मारना हटाए। उन्हें गुस्सा नहीं किया सरदारा ने, कोई साडा बुरा करते रहे, कहते शेख जी जल पानी छक के जाओ। वो बुरा करने वाले को आवाज़ा मारते रहे, भाई साहब जी तुम भी कोई जल पानी छक के जाओ, साढ़े कदे आए। जे साढ़े अंदर गुरु का मंत्र है, गुरु को साडा कोई कुछ नहीं बिगाड़ सकता। उदों साडा नुकसान होता जो गुरु से विश्वास सी नहीं रखते, तो गुरु तो साडा भरोसा टुट जाता है, फिर मनुख अनेकों पासे बहना च बह जाता है। जे गुरु से विश्वास है तू तो क्या होर, जो तू मेरे नाल है फिर होर की परवाह नहीं। शराब दे के महाराज कहते ਹਨ मैं जाके सुहागणा सुहागणा का अर्थ गुरमुख। वैसे गल जीव रूपी स्त्री की चल रही है। मान लो किसी के घरे रहिंदा कलेश, तो गुआढ़िया के घरे बड़ा आनंद है, वो तो बड़े पानी पड़ के रोटी खाते हैं, बड़ा जी हजूरी है। तो जिदे कदे कलेश वो भैन आ गई, उस भैन के कोल जिन्होंने घरे बड़ा आनंद मंगल है, कहती भैन ने मैंने एक गल दस भी तुसी उस पति परमात्मा को कितना गुणा करके प्राप्त किया है। रब का अर्थ मिल के तुहानू किवें हो जाए पूछो सुहागणी भी। एक नास्तिक बंदा, आम बंदा, जग्यासू किसी गुरमुख को जाके पूछे भाई साहब जी तुहाडे ते गुरु किवें प्रसन्न हो जाते, तुसीं रब दे किवें नज़दीक हो गए। जिवें एक कलेश के घर वाली भैन दूसरी भैन को जाती, भैने तेरा पति तो तेरे को बड़ा प्यार करता, दरियावी बात वो तो बड़े तुसीं खुश रहते हो, बड़े की गल है, किहड़े गुणा करके तुसीं उन्होंने प्रसन्न किया है, और तुहाडे घर के अंदर खुशी है, आनंद है, खेड़ा है। अगों पता उस सुहागण भैन ने की जवाब दिता, कहती जी सहज संतोख सिंगारिया आ शिंगार किया है। सहज का सहज सही पता इन आत्म को बोलता कि मान लो घर के एक गलत सुभाव का कई बार आदत होती है, कई बड़ी जल्दी काले पै जाते, दूसरे के अंदर सहज होना चाहिए। तो दूसरे के अंदर सहज काला पैन वाला भी कुछ नहीं करेगा। तो जो उन्हें एक गल कही तो कोई 10 गल्लां दूसरे ने कह दी, फिर तो उत्थे पकाल ही है। साढ़े अंदर इन्ना कुछ सहज होना चाहिए, किसी की कई गल असीं जर सकते हो। जे ना उन्हें सासू को कोई गल कह दी, वो इन्ना हौसला होना चाहिए, वो शांत रहे, कोई नहीं इन्हें कह दिता है। तो जे सस ना उन्होंने कह दी, वो अंदर भी इन्ना होना चाहिए भी फिर भी मेरी मां कोई नहीं जे कह दिता है, वो शांति बने रहेगा। हुण सहज संतोख शिंगारिया नाले बचन कहे मिठा बोलना, बस आ गुण है। बाबा फरीद जी ने कहा ना, वो कहते जी किहड़े गुणा करके ही रब को पा सकते हैं। कवण सो अखर कवण गुण कवण सो बणिया मंत कवण सो वेसो हो करी जे तो अवस आवे कंत। अगों जवाब मिले, ये भी दूसरी भैन को एक सवाल सी, भैने किहड़े गुण धारण करा जे तो वस आवी कंत, मेरा पति मेरे वस आवे, रब वस हो दे। देखो जवाब मिलिया, निबण सो अखर खवण गुण जे पावणिया मंत, इत्थे सहज संतोख सिंगारिया मिठा बोलनी। कहते सहज उथे निबण सो अखर झुक जाना, निमरता, ये गुण साढ़े सारे होना चाहिए। तो दूसरा
ਜਰਨਾ, ਪਹਿਲਾ ਨਿਮਰਤਾ, ਦੂਸਰਾ ਕਹੀ ਗੱਲ ਜਰ ਜਾਣੀ ਵੀ ਇਹਨੇ ਕੋਈ ਨਹੀਂ ਕਹਿ ਦਿੱਤੀ ਫਿਰ ਕੀ ਹੋ ਗਿਆ। ਜੇ ਔਰਤ ਸਮਝਦੇ ਮੇਰਾ ਪਤੀ ਹੈ ਕੋਈ ਨਹੀਂ ਕਹਿ ਦਿੱਤਾ, ਮੇਰੀ ਇਹ ਸੱਸ ਹੈ ਕੋਈ ਗੱਲ ਨਹੀਂ ਹੈ, ਤੇ ਉਹ ਇਸ ਤਰ੍ਹਾਂ ਉਹ ਸਹਿਜ ਬਣਿਆ ਨਹੀਂ ਦੇ ਕਰਦੇ ਅੰਦਰ, ਤੇ ਨਹੀਂ ਤੇ ਮੇਰੇ ਇੱਕ ਦੂਜੇ ਦੇ ਗੱਲ ਪੈਣ ਤੱਕ ਵੀ ਨੌਬਤ ਆ ਜਾਂਦੀ ਹੈ। ਨਿਵਣ ਸੋ ਅੱਖਰ ਖਬੜ ਗੋੜ ਨਿਉ ਕੇ ਚੱਲਣਾ, ਜਵਾਬ ਤਲਬੀ ਨਾ ਕਰਨੀ, ਤੇ ਜੇਬਾ ਬਣਿਆ ਵਕਤ ਜ਼ਬਾਨ ਤੋਂ ਮਿੱਠਾ ਬੋਲਣਾ, ਇਹ ਸਿੱਖ ਦੇ ਗੁਣ ਹੈ। ਇਹ ਜੀਵ ਰੂਪੀ ਇਸਤਰੀ ਚ ਗੁਣ ਹੈ। ਪੁੱਛਿਆ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੇ ਗੁਣੇ, ਅੱਗੋਂ ਜਵਾਬ ਮਿਲਿਆ ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੇ, ਭੈਣੇ ਤੂੰ ਵੀ ਆ ਗੁਣ ਧਾਰਨ ਕਰ, ਤੇਰਾ ਪਤੀ ਵੀ ਤੇਰੇ ਤੇ ਪ੍ਰਸੰਨ ਹੋਏਗਾ ਔਰ ਰੱਬ ਤੇਰੇ ਤੇ ਪ੍ਰਸੰਨ। ਜੀਵ ਰੂਪੀ ਇਸਤਰੀ ਦੀ ਗੱਲ ਚੱਲ ਰਹੀ ਹੈ। ਰੱਬ ਨੂੰ ਪ੍ਰਸੰਨ ਕਰਨ ਵਾਸਤੇ 3 ਗੁਣ ਬੰਦੇ 'ਚ ਹੋਣੇ ਚਾਹੀਦੇ ਆ। ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੇ, ਸਹਿਜ ਹੋਵੇ ਸਾਡੇ ਜੀਵਨ ਅੰਦਰ, ਸੰਤੋਖ ਹੋਵੇ ਸਾਡੇ ਅੰਦਰ, ਔਰ ਮੁਖ ਤੋਂ ਮਿੱਠੇ ਬੋਲ ਬੋਲੀਏ। ਮਿੱਠੇ ਵੀ ਉਹ ਭੇਖੀ ਜੇ ਨਹੀਂ ਬਣਨਾ ਹੈ ਵੀ ਅੰਦਰ ਕੁਝ ਹੋਰ ਹੋਵੇ ਤਾਂ ਮਿੱਠਾ ਜਿਹਾ ਬੋਲੀ ਜਾਓ, ਉਹ ਬੰਦਾ ਵੀ ਠੀਕ ਨਹੀਂ ਹੁੰਦਾ। ਅੰਦਰ ਵੀ ਉਹ ਹੋਵੇ ਮਿੱਠ ਬੋਲਣਾ ਜੀ, ਹੱਥ ਸੱਜਣ ਸੁਆਮੀ ਬੋਲਦਾ ਔਰ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ। ਉਹਦਾ ਅੰਦਰ ਸਹਿਜ ਹੋਏਗਾ, ਰਸਨਾ ਤੋਂ ਫਿਰ ਮਿੱਠਾ ਨਿਕਲੇਗਾ ਨਹੀਂ ਬੋਲ, ਫਿਰ ਤੇ ਮਿੱਠਾ ਹੀ ਨਿਕਲੇਗਾ। ਤੇ ਕਈ ਬਹੁਤੇ ਅੰਦਰ ਦਾਤਰੀ ਚਲਾ ਰਹੇ ਹੁੰਦੇ ਨੇ, ਮੁਖ ਤੋਂ ਬੜਾ ਮਿੱਠਾ ਬੋਲਦੇ, ਝੁਕੀ ਵੀ ਜਾਂਦੇ। ਉਹ ਨਾਸਤਿਕ ਬੰਦੇ ਨੂੰ ਵੀ ਅੰਮ੍ਰਿਤਧਾਰੀ ਮੱਥਾ ਟੇਕਦੇ ਨੇ, ਉਹਦੇ ਪਿੱਛੇ ਕੁਝ ਨਾ ਕੁਝ ਕਾਰਨ ਹੁੰਦਾ ਹੈ ਜਿਹੜਾ ਐਵੇਂ ਝੁਕਦਾ ਹੈ। ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੇ, ਪੈਣੇ ਗੁਣ ਧਾਰਨ ਕਾਰੂ ਪਤੀ ਪ੍ਰਮਾਤਮਾ ਨਾਲ ਸਾਧ ਨੇੜਤਾ ਬਣੇਗੀ। ਫਿਰ ਸਾਨੂੰ ਨਾ ਮਿਲੇ, ਉਹ ਰਸ ਵਾਲਾ ਰਸਾਲੂ ਪੇਰ ਸਹਿਜ ਜਿਹਦੇ ਅੰਦਰ ਖੁਸ਼ੀ ਉਹ ਤਾਂ ਮਿਲੇਗਾ ਜਾਗਰ ਕਾ ਸ਼ਬਦ ਸੁਣੀ, ਜੇ ਗੁਰੂ ਦਾ ਸ਼ਬਦ ਸੁਣੇ। ਪਤਾ ਵੀ ਇਹ ਗੁਣ ਹੁਣ ਗੁਰੂ ਕੋਲੋਂ ਮਿਲਨੇ ਆ। ਸਹਿਜ ਨਿਮਰਤਾ ਸੰਤੋਖ ਤੇ ਮਿੱਠ ਬੋਲਣੇ ਤੇ ਗੁਰੂ ਕੋਲੋਂ ਪ੍ਰਾਪਤ ਹੋਣੇ ਨਾ ਵੀ। और फिर सानू तां मिले जब गुर का शब्द सुने। जो गुरु का शब्द सुनेगा तो रब नाल साध पैगा। गुरु के सिक्ख्या तो सानू चंगे गुण मिलते हैं ते गुणा करके फिर परमात्मा नाल साध पै जाती है। वाहिगुरू जी किन्नी तो कुदरत साची हुई है और किन्नियां दातां दे के तू नवाजिया। असीं रब दे पैदा कीते हैं, सानू दातां दे के नवाज लिया है और सारे जी जंत तेरे ही पैदा किए। किन्ने तू जीव जंतु पैदा किए असीं वेखे नहीं जिन्ने हर असीं तो जातियां प्रजातियां बहुतियां जानते ही नहीं है। असीं तो थोड़े वाले अखां नाल नहीं कि साडे बहुते पंछी जिहड़े हैगे चिड़ियां वगैरह वो सारियां भी खत्म हो गईयां। वो कहते जी टावरां की रेंज करके सारा कुछ इधर उधर हुण सानू कोई पंछी बहुते मिलते नहीं है। देखो जां डिस्कवरी चैनल देखो जां किते भी तुहानूं कुछ जातियां प्रजातियां जिहड़ियां विखाउंदे ने जंगलों च किहड़े जानवर रहिंदे ने, समुद्र च किहड़े जानवर रहिंदे है। ये सारे जी जंत रब ने पैदा कीते ਹਨ। तो सारे जी जंत तेरी सिफती दिन रात करते हैं। जो बोले मृग मीन भुखे हर बिन जापत है नहीं। होर आ जी ची ची की आवाज़ आती है जब इहो जी भी आवाज़ पशुओं की पंछियों की तेनों याद करते तेरी सिफत करते आत्मा। तेरे किन्ने रूप ते रंग हाथ किन्नियां जातां दे जी पैदा कीते। कोई उच्ची जात का कोई नीवी जात का है। कहते सच को मिलने करके अंदरों सच प्रगट हो जाता है। फिर सच नाल जुड़िया जीव की आत्मा सच च सुभा जाती है। कहते जो सुर उच्ची हो जाए ना फिर पत उगवे फिर इज्जत बनती है मनुख की। पहला चंगे गुण आउणगे फिर उस मनुख की इज्जत होनी शुरू हो जाती। पत सुरत होवे पत उगवे सुरत उच्ची हो गई संसार तो फिर इज्जत मिलनी शुरू हो जाती है। कहते फिर गुरु बचना का ना भौ वो डर च रहिंदा है। जीव जिहड़ा धर्मी बंदा नूं बहुत रब ते गुरु का डर रखता है। डर उन्होंने नहीं जिन्होंने जिन्हों के अंदर धर्म नहीं है। नहीं तो मनुख गुरु के रब के भैं च जिउंदा है। नानक जिहड़ा वाहिगुरू सच्चा पातशाह है वो किरपा करे तो आपे ही जीव को अपने नाल मिला लैंदा है। गुरु
ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਭਲੀ ਸਰੀ ਜੇ ਉਮਰੀ ਕਹਿੰਦੇ ਭਲੀ ਸਦੀ ਜੇ ਉਭਰੀ ਸੁਰਤ, ਕਹਿੰਦੇ ਭਲਾ ਹੋਇਆ ਮੇਰੀ ਸੁਰਤ ਜਿਹੜੀ ਨਾ ਉਭਰ ਗਈ, ਵਿਕਾਰਾਂ ਚੋਂ ਨਿਕਲ ਗਈ। ਹਉ ਮੈਂ ਹੋਈ ਕਰਾ ਨਹੀਂ ਤੇ ਮੇਰੀ ਸੁਰਤ ਨਾ ਹਉਮੈ ਚ ਮਰੀ ਹੋਈ ਸੀ। ਉਸ ਘਰ ਚ ਸੀ ਜਿੱਥੇ ਹਉਮੈ ਹੈ। ਦੋ ਘਰ ਨੇ, ਇੱਕ ਨਾਮ ਇੱਕ ਹਉਮੈ ਵਾਲਾ। ਅਸੀਂ ਹਉਮੈ ਦੇ ਘਰ ਚੋਂ ਨਿਕਲ ਕੇ ਨਾਮ ਦੇ ਘਰ ਚ ਟਿਕਾਣਾ ਕਰਨਾ ਹੈ। ਮਹਾਰਾਜ ਕਹਿੰਦੇ ਚੰਗਾ ਹੋਇਆ, ਭਲਾ ਹੋਇਆ ਮੇਰੀ ਸੁਰਤ ਜਿਹੜੀ ਵਿਕਾਰਾਂ ਚੋਂ ਨਿਕਲ ਕੇ ਹਉਮੈ ਤੋਂ ਬਚ ਕੇ ਰੱਬ ਦੇ ਵਿੱਚ ਸਮਾ ਗਏ। ਦੂਤ ਲੱਗੇ ਫਿਰ ਚਾਕਰੀ ਕਹਿੰਦੇ ਜਦੋਂ ਸੁਰਤ ਨਿਕਲੀ, ਜਿਹੜੇ ਦੂਤ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰੋਂ ਮੇਰੀ ਹੁਣ ਚਾਕਰੀ ਕਰਨ ਲੱਗ ਪਏ। ਪਹਿਲਾਂ ਤੇ ਹਾਵੀ ਹਨ, ਹੁਕਮ ਚਲਾਉਂਦੇ ਹਨ, ਹੁਣ ਉਹ ਚਾਕਰੀ ਕਰਨ ਲੱਗ ਪਏ। ਦੂਤ ਲੱਗੇ ਫਿਰ ਚਾਕਰੀ, ਜਦੋਂ ਵਿਕਾਰਾਂ ਤੋਂ ਸੁਰਤ ਨਿਕਲੀ, ਇਹ ਜਿਹੜੇ ਦੂਤ ਸਨ ਮੇਰੀ ਸੇਵਾ 'ਚ ਲੱਗ ਗਏ। ਸਤਿਗੁਰ ਕਾ ਵਿਸਾਰ ਜਦੋਂ ਸਤਿਗੁਰਾਂ ਤੇ ਭਰੋਸਾ ਬਣਿਆ, ਸਤਿਗੁਰਾਂ ਤੇ ਵਿਸ਼ਵਾਸ ਬਣਿਆ, ਇਹ ਵਿਕਾਰ ਫਿਰ ਮੇਰੇ ਅਧੀਨ ਹੋ ਗਏ। ਕਲਪ ਤਿਆਗੇ ਕਾਗ ਹੈ ਮਹਾਰਾਜ ਕਹਿੰਦੇ ਕਲਪਨਾ ਤਿਆਗ ਦਿੱਤੀ। ਜਿਹੜੀਆਂ ਕਲਪਨਾ ਸਾਡੇ ਅੰਦਰੋਂ ਪੈਦਾ ਹੁੰਦੀਆਂ ਉਹ ਜਿਹੜੀਆਂ ਅੰਦਰੋਂ ਖਤਮ ਕਰ ਦਿੱਤੀਆਂ ਜੀ। ਸੱਚਾ ਵੀ ਪਰਵਾਹ ਹੁਣ ਤੇ ਸੱਚਾ ਜਿਹੜਾ ਬੇਪਰਵਾਹ ਸੁਰਤ 'ਚ ਟਿਕ ਗਿਆ ਹੈ ਜੀ। ਕਲਪਨਾ ਇਸ਼ਾਵਾਂ ਮਾਰ ਦਿੱਤੀਆਂ, ਫੁਰਨੇ ਜਿਹੜੇ ਬੰਦ ਹੋ ਗਏ, ਉਹ ਤੇ ਇੱਕ ਝੂਠੇ ਹਨ। ਹੁਣ ਉਹ ਬੇਪਰਵਾਹ ਵਾਹਿਗੁਰੂ ਸੁਰਤ 'ਚ ਵਸ ਗਿਆ ਹੈ ਜੀ। ਮਨ ਰੇ ਸੱਚ ਮਿਲੈ ਭਉ ਸਤਿਗੁਰੂ ਜਾਏ ਕਹਿੰਦੇ ਮਨ ਦੇ ਉਹ ਮਨ ਸੱਚ ਮਿਲੇ ਭਉ ਜਾਏ। ਜਦੋਂ ਸੱਚ ਮਿਲ ਜਾਂਦਾ ਬੰਦੇ ਦੇ ਅੰਦਰੋਂ ਭੈ ਦੂਰ ਹੋ ਜਾਂਦਾ। ਨਿਰਭਉ ਜਾਪੈ ਸਗਲ ਭਉ ਮਿਟੇ। ਫਿਰ ਬੰਦਾ ਇੱਕ ਵਾਹਿਗੁਰੂ ਤੋਂ ਡਰਦਾ ਹੈ। ਜਿਹਦੇ ਅੰਦਰ ਸੱਚ ਆ ਜਾਂਦਾ ਉਹ ਸੱਚ ਬੋਲਦਾ ਹੈ। ਜਿੱਥੇ ਵੀ ਹੈਗਾ ਉਹ ਕਹਿੰਦਾ ਤੁਹਾਡੇ 'ਚ ਸੱਚ ਬੋਲਾਂਗਾ, ਤੁਹਾਡੇ ਤੋਂ ਕੋਈ ਡਰ ਨਹੀਂ ਹੈ। ਹਾਂ ਮੈਂ ਗੁਰੂ ਦੀ ਤੇ ਰੱਬ ਦੀ ਹਜ਼ੂਰੀ 'ਚ ਸੁਰਖਰੂ ਹੋਣਾ ਚਾਹੁੰਦਾ ਹੈ। ਹੁਣ ਕਈ ਵਾਰੀ ਐਸਾ ਵੀ ਹੁੰਦਾ ਕਿ ਉਹ ਸੱਚ ਛੁਪਾਇਆ ਜਾਂਦਾ ਹੈ, ਜਿਹੜੀ ਗੱਲ ਅਸਲ ਹੁੰਦੀ ਉਹ ਪੇਸ਼ ਹੀ ਨਹੀਂ ਕੀਤੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਫਿਰ ਬੇਪਰਵਾਹ ਹੋ ਜਾਂਦੇ ਨੇ, ਉਹਨਾਂ ਦੇ ਅੰਦਰੋਂ ਭਉ ਚਲਾ ਜਾਂਦਾ ਹੈ, ਮਨ ਆਜ਼ਾਦ ਹੋ ਜਾਂਦਾ ਹੈ। ਭੈ ਬਿਨ ਨਿਰਭਉ ਕਿਉ ਜੀਐ ਹਾਂ ਰੱਬ ਦਾ ਭੈ ਅੰਦਰ ਹੋਣਾ ਚਾਹੀਦਾ। ਰੱਬ ਦੇ ਭੈ ਤੋਂ ਬਗੈਰ ਅਸੀਂ ਨਿਰਭਉ ਨਹੀਂ ਹੋ ਸਕਦੇ। ਪਹਿਲੇ ਪੰਕਤੀ ਆਪਾਂ ਪੜ੍ਹਦੇ ਨਿਰਭਉ ਜਾਪੈ ਸਗਲ ਭਉ ਮਿਟੇ। ਰੱਬ ਦੇ ਭੈ 'ਚ ਰਹਿ ਕੇ ਬੰਦਾ ਨਿਰਭਉ ਹੋ ਜਾਂਦਾ ਹੈ। ਗੁਰਮੁਖ ਸ਼ਬਦ ਸਮਾਏ ਜਿਹੜੇ ਗੁਰਮੁਖ ਨੇ ਉਹ ਸਦੀਵ ਕਾਲ ਵਾਸਤੇ ਸ਼ਬਦ 'ਚ ਸਮਾਏ ਰਹਿੰਦੇ ਹਨ। ਕੀਤਾ ਆਖਣ ਆਖੀਐ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਨੇ ਕਿੰਨਾ ਕੁ ਉਹਨੂੰ ਆਖੀਏ, ਕਿੰਨੇ ਕੁ ਅਸੀਂ ਬੋਲ ਸਕਦੇ ਹਾਂ ਜੀ। ਕੀਤਾ ਆਖਣ ਆਖੀਏ, ਕਿੰਨੀਆਂ ਕੁ ਗੱਲਾਂ ਕਰ ਸਕਦੇ ਹਾਂ। ਆਖਰ ਟੋਟ ਨਾ ਹੋਈ ਉਹਦੇ ਆਖਰ ਵਿੱਚ ਟੋਟ ਨਹੀਂ ਆਉਂਦੀ ਹੈ। ਚਲੋ ਸਾਡੇ ਘਰੇ ਕੋਈ ਰਿਸ਼ਤੇਦਾਰ ਆਏ ਉਹਨਾਂ ਤੇ ਅਸੀਂ ਗੱਲਾਂ ਕਰਦੇ ਹਾਂ, 1 ਘੰਟਾ 2 ਘੰਟੇ 3 ਘੰਟੇ ਗੱਲਾਂ ਮੁੱਕ ਜਾਂਦੀਆਂ। ਹੋਰ ਕਿਹੜੀ ਗੱਲ, ਫਿਰ ਅਸੀਂ ਐਵੇਂ ਬੋਲਣ ਵਾਸਤੇ ਕੋਈ ਇੱਧਰ ਉੱਧਰੋਂ ਵਿਸ਼ਾ ਫਿਰ ਛੇੜਦੇ ਨੇ, ਫਿਰ ਸਿਆਸਤ ਦੀਆਂ ਗੱਲਾਂ ਚੱਲ ਪਈਆਂ ਨੇ, ਉਧਰ ਫਿਰ ਦੂਸਰਿਆਂ ਦੇ ਘਰ ਕੀ ਹੋ ਰਿਹਾ। ਸਾਡੇ ਕੋਲ ਗੱਲਾਂ ਆਪਣੀਆਂ ਨਹੀਂ ਬਚੀਆਂ, ਹੁਣ ਦੂਸਰਿਆਂ ਦੀਆਂ ਅਸੀਂ ਕਰਦੇ। ਇੱਕ ਬੰਦਾ ਉਹ ਬੜਾ ਦੌੜ ਕੇ ਨਾ ਬਾਹਰ ਫਕੀਰ ਬੈਠੇ ਹਨ ਉਹਨਾਂ ਦੇ ਕੋਲ ਆਇਆ। ਉਹ ਕੁਝ ਦੱਸਣਾ ਚਾਹੁੰਦਾ ਸੀ, ਘੱਟ ਰਿਹਾ ਹੋਇਆ, ਬੋਲਣਾ ਚਾਹੁੰਦਾ ਸੀ, ਬੋਲਿਆ ਨਹੀਂ ਜਾਂਦਾ। ਕਹਿੰਦਾ ਜੀ ਮੇਰੀ ਗੱਲ ਸੁਣੋ। ਉਹ ਫਕੀਰ ਹੁਣ ਸ਼ਾਮ ਸੀ, ਉਹ ਕਹਿੰਦਾ ਹੌਸਲਾ ਤੇ ਰੱਖ। ਕਹਿੰਦਾ ਜੀ ਮੈਂ ਤੁਹਾਨੂੰ ਕੋਈ ਜਲਦੀ ਦੱਸਣਾ ਚਾਹੁੰਦਾ। ਫਕੀਰ ਕਹਿੰਦਾ ਜੋ ਦੱਸਣ ਲੱਗਾ ਉਹ ਮੇਰੇ ਬਾਰੇ ਹੈ। ਕਹਿੰਦਾ ਨਹੀਂ। ਕਹਿੰਦਾ ਕੋਈ ਤੇਰੀ ਗੱਲ ਹੈ ਜਿਹੜੀ ਮੈਨੂੰ ਦੱਸਣੀ ਚਾਹੁੰਦਾ ਇੰਨੀ ਜਲਦੀ? ਕਹਿੰਦਾ ਨਹੀਂ ਮੇਰੀ ਵੀ ਨਹੀਂ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ। ਉਹ ਫਕੀਰ ਕਹਿੰਦਾ ਜਿਸ ਗੱਲ 'ਚ ਤੇਰਾ ਵੀ ਜ਼ਿਕਰ ਨਹੀਂ ਹੈ ਮੇਰਾ ਵੀ ਜ਼ਿਕਰ ਨਹੀਂ, ਉਹ ਗੱਲ ਮੈਂ ਕਰਨੀ ਨਹੀਂ ਚਾਹੁੰਦਾ। ਫਾਇਦਾ ਕੀ ਉਸ ਗੱਲ ਦਾ? ਮੇਰੇ ਬਾਰੇ ਵੀ ਨਹੀਂ ਕੋਈ ਕਹਿਣਾ ਚਾਹੁੰਦਾ, ਤੂੰ ਆਪਣੇ ਬਾਰੇ ਵੀ ਨਹੀਂ ਕੋਈ ਦੱਸਣਾ ਚਾਹੁੰਦਾ, ਫਿਰ ਵੀ ਬੜਾ ਹਰ ਫੜਿਆ ਹੋਇਆ ਦੌੜ ਕੇ ਆਇਆ ਵੀ ਤੁਹਾਨੂੰ ਕੁਝ ਕਹਿਣਾ। ਮਹਾਰਾਜ ਕਹਿੰਦੇ ਰੱਬ ਦੇ ਗੁਣ ਜਿੰਨੇ ਮਰਜ਼ੀ ਗਾਈ ਜਾਓ, ਮੰਨ ਲਓ ਕਿਸੇ ਨੇ 5 ਬਾਣੀਆਂ ਦਾ ਨਿਤਨੇਮ ਪੜ੍ਹਦਾ, ਇੱਛਾ ਹੈ ਕਿ ਹੋਰ ਕੁਝ ਮੈਂ ਕਹਿਣਾ ਹੈ ਰੱਬ ਬਾਰੇ। ਸੁਖਮਨੀ ਸਾਹਿਬ ਦਾ ਗੁਟਕਾ ਪਕੜ ਦੋ, ਹਜੇ ਵੀ ਨਹੀਂ ਤ੍ਰਿਪਤੀ ਹੋਈ, ਫਿਰ ਤੁਸੀਂ 10 ਅੰਗ ਕਰ ਲਓ, 20 ਅੰਗ, ਹਜੇ ਵੀ ਨਹੀਂ ਤੁਸੀਂ ਰੱਜੇ ਸਾਰੀ ਰਾਤ ਪੜ੍ਹੀ ਜਾਓ, ਹਜੇ ਵੀ ਨਹੀਂ ਰੱਜੇ ਅਗਲੇ ਦਿਨ ਵੀ ਪੜ੍ਹੋ, ਅਗਲੇ ਦਿਨ ਵੀ ਪੜ੍ਹੋ, ਅਗਲੇ ਦਿਨ ਪੜ੍ਹੋ, ਮਹੀਨੇ ਤੇ ਜਾ ਕੇ ਭੋਗ ਪਾ ਦਿਓ, ਗੱਲਾਂ ਮੁੱਕਣਗੀਆਂ ਕੋਈ। ਇੱਧਰ ਨਹੀਂ ਜੇ ਮੁੱਕਣਾ ਕੁਝ ਵੀ, ਇੱਧਰ ਤੇ ਹੋਰ ਆਖਣ ਤੋੜਨਾ। ਕੇਤਾ ਆਖਣ ਆਖੀਏ, ਆਖਣ ਤੋੜ ਨਾ ਹੋਏ। ਰੱਬ ਦੇ ਗੁਣਾਂ ਆਖਿਆ ਕਦੇ ਤੋੜ ਨਹੀਂ ਆਏਗੀ ਕਿ ਮੈਂ ਤੇ ਰੱਬ ਨੂੰ ਪੂਰਨ ਤੌਰ 'ਤੇ ਬਿਆਨ ਕਰ ਦਿੱਤਾ ਹੈ। ਹੁਣ ਤੇ ਕੋਈ ਗੱਲ ਹੀ ਨਹੀਂ ਰਹੀ ਰੱਬ ਵਾਸਤੇ ਕਰਨ ਲਈ, ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ।
12 ਸਾਲ ਅਸੀਂ ਕੀਤੀਆਂ ਹੀ ਹੈ, ਦੁਬਾਰਾ ਤੋਂ ਫਿਰ ਸ਼ੁਰੂ ਹੋ ਗਏ, ਮੁਕੜੀਆਂ ਫਿਰ ਲਈਆਂ। ਰੱਬ ਬਾਰੇ ਜੋ ਕੁਝ ਮਰਜ਼ੀ ਕਹੋ, ਜੋ ਕੁਝ ਮਰਜ਼ੀ ਬੋਲੋ, ਇੱਥੇ ਆਖਰ ਚ ਕੂੜ ਨਹੀਂ ਆਉਂਦੀ ਹੈ। ਕਹਿੰਦੇ ਕਿੰਨੇ ਮੰਗਤੇ ਨੇ, ਸਾਰੇ ਮੰਗਤੇ, ਕਿੰਨਿਆਂ ਦਾ ਅਰਥ ਕੀ ਹੈ? ਅਸੀਂ ਸਾਰੇ ਜੀਵ ਮੰਗਤੇ ਹੈ। ਮੰਗਣ ਵਾਲੇ ਕੇਤੜੇ ਕਿੰਨੇ ਕੁ ਗਿਣੀਆਂ? ਦਾਤਾ ਤੇ ਇੱਕ ਹੀ ਹੈ, ਦਾਤਾ ਇੱਕ ਹੈ। ਅਸੀਂ ਤੇ ਫਿਰ ਸਾਰੇ ਹੀ ਮੰਗਤੇ ਹੈ। ਹੁਣ ਕੇਤੜੇ ਨੇ ਮੰਗਣ ਵਾਲੇ ਦਾਤਾ ਇੱਕ ਹੀ, ਉਹ ਵਾਹਿਗੁਰੂ ਪਰਮਾਤਮਾ। ਅਸੀਂ ਸਾਰੇ ਉਹਦੇ ਦਰ ਦੇ ਮੰਗਤੇ ਹਾਂ, ਔਰ ਦਿੰਦਾ ਦੇ ਲੈਂਦੇ ਥੱਕ ਪਾਹੇ। ਦੇਣ ਵਾਲਾ ਫਿਰ ਵੀ ਦੇ ਦਿਆ, ਲੈਣ ਵਾਲੇ ਥੱਕ ਗਏ। ਸਾਰੇ ਭਿਖਾਰੀ ਹੈ, ਮੰਗਤੇ ਹੈ। ਦਾਤਾ ਇੱਕ ਹੈ, ਦਾਤਾ ਮੁਹਤਾਜ ਹੈ। ਜਿਸ ਦੇ ਅੰਦਰ ਅਜੇ ਪ੍ਰਾਣ ਚੱਲਦੇ ਹਨ, ਜੇ ਉਹਦੇ ਅੰਦਰ ਮਨ ਚ ਵਸ ਜੇ ਨਾ, ਵਾਹਿਗੁਰੂ ਸੁਖੀ ਹੋ ਜਾਂਦਾ ਹੈ। ਜਗ ਸੁਪਨੇ ਦੀ ਤਰ੍ਹਾਂ ਇੱਕ ਬਾਜੀਗਰ ਬਾਜੀ ਪਾਉਂਦਾ ਹੈ ਨਾ, ਬਾਜੀ ਥੋੜੇ ਚਿਰ ਦੀ ਹੁੰਦੀ ਹੈ, 1 ਘੰਟੇ ਦੀ, 1.5 ਘੰਟੇ ਦੀ, ਉਹ ਸਮਾਨ ਸਮੇਟ ਕੇ ਚਲਾ ਜਾਂਦਾ ਹੈ। ਆਹ ਸੰਸਾਰ ਸੁਪਨੇ ਦੀ ਤਰ੍ਹਾਂ, ਬਾਜੀਗਰ ਦੀ ਬਾਜੀ ਤਰ੍ਹਾਂ ਹੈ। ਕਹਿੰਦੇ ਖੇਡ ਦੇ ਵਿੱਚ ਉਹ ਖੇਡ ਕੇ ਚਲੇ ਜਾਂਦੇ ਆ। ਸੁਪਨਾ ਵੀ ਥੋੜੇ ਚਿਰ ਦਾ ਹੀ ਹੁੰਦਾ ਹੈ, ਤੇ ਬਾਜੀਗਰ ਵੀ ਥੋੜਾ ਚਿਰ ਹੀ ਉਹ ਬਾਜੀ ਪਾਉਂਦੇ, ਫਿਰ ਸਮੇਟ ਕੇ ਨਿਕਲ ਜਾਂਦੇ ਹਨ। ਕਹਿੰਦੇ ਸੰਜੋਗੀ ਮੇਲ, ਸੰਜੋਗਾਂ ਕਰਕੇ ਇਹ ਮਿਲੇ ਇੱਕ ਸੇ ਇੱਕ ਨਾਲ। ਜਾਂ ਪਾਈ ਦੇ ਅਰਥ ਚਲੋ, ਇੱਕ ਤੇ ਸੰਜੋਗ ਰੱਬ ਨਾਲ ਵੀ ਬੁਲਾਉਂਦੇ ਆ। ਇੱਕ ਸੰਜੋਗ ਅਸੀਂ ਦੁਨਿਆਵੀ ਤੌਰ ਤੇ ਵੀ ਆਪਾਂ ਇੱਕ ਦੂਜੇ ਨਾਲ ਮਿਲੇ ਵੀ, ਸਾਡਾ ਕੋਈ ਸੰਜੋਗ ਸੀ। ਇਕੱਲਾ ਸੰਜੋਗ ਇਹ ਨਹੀਂ ਪਤੀ ਪਤਨੀ ਦੇ ਰਿਸ਼ਤੇ ਦਾ, ਸਾਡਾ ਬੱਚਿਆਂ ਨਾਲ ਸੰਬੰਧ ਬਣਿਆ, ਸਾਡਾ ਮਾਂ ਪਿਓ ਨਾਲ ਸੰਬੰਧ ਬਣਿਆ, ਇਹ ਵੀ ਸੰਜੋਗ ਪੂਰਬ ਜਨਮ ਕੇ ਮਿਲੇ ਸੰਜੋਗੀ। ਆਪਾਂ ਹੁਣ ਬੈਠੇ, ਸਾਡਾ ਵੀ ਸੰਜੋਗ ਬਣਿਆ ਇੱਕ ਦੂਸਰੇ ਨਾਲ, ਅਸੀਂ ਗੁਰੂ ਕਰਕੇ ਜੁੜੇ ਹੋਏ ਹਾਂ। ਵੈਸੇ ਤਾਂ ਸਾਡਾ ਬਲੱਡ ਰਿਲੇਸ਼ਨ ਕਿਸੇ ਨਾਲ ਨਹੀਂ ਹੈ, ਸਾਡਾ ਰਿਸ਼ਤਾ ਗੁਰੂ ਕਰਕੇ ਹੈ। ਔਰ ਰਿਸ਼ਤਾ ਸੱਚਾ ਸਭ ਤੋਂ ਇਹ ਹੀ ਹੈ, ਜਿਹੜਾ ਗੁਰੂ ਕਰਕੇ ਜੁੜਿਆ ਹੋਇਆ। ਇਹ ਸੰਜੋਗ ਬਣਿਆ ਤੇ ਅਸੀਂ ਜੁੜੇ ਇੱਕ ਦੂਜੇ ਨਾਲ। ਸੰਜੋਗੀ ਮਿਲੇ ਏਕ ਸੈ, ਇੱਕ ਨਾਲ ਸੰਜੋਗ ਮਿਲਿਆ ਤੇ ਮਿਲੇ। ਕਹਿੰਦੇ ਜਦੋਂ ਵਿਜੋਗ ਪੈਂਦਾ ਫਿਰ ਉੱਠ ਜਾਂਦਾ ਜੀਵ। ਸੰਜੋਗ ਮਿਲਾਉਂਦੇ ਨੇ, ਵਿਜੋਗ ਵਿਛੋੜਦੇ ਆ। ਸੰਜੋਗ ਬਣਿਆ ਤੇ ਮਿਲੇ, ਤੇ ਜਦੋਂ ਉਹ ਵਿਜੋਗ ਹੋਇਆ ਫਿਰ ਉੱਠ ਕੇ ਜੀ ਇੱਕ ਇੱਕ ਕਰਕੇ ਵਿਛੜ ਗਏ। ਹਾਂ, ਜੋ ਮੇਰਾ ਭਾਣਾ ਹੋਣਾ ਉਹ ਹੈ, ਉਹ ਆਪਣੀ ਮਰਜ਼ੀ ਨਾਲ ਕੁਛ ਨਹੀਂ ਕੀਤਾ ਜਾ ਸਕਦਾ ਜੀ। ਕਹਿੰਦੇ ਗੁਰਮੁਖੋ ਵਸਤ ਇਕੱਠੀ ਕਰੋ, ਉਹ ਸੱਚਾ ਵਕਤ, ਉਹ ਸੱਚੀ ਰਾਸ ਜਿਹੜੀ ਧਾਰਨ ਕਰੋ, ਜਿਨ੍ਹਾਂ ਨੇ ਸੱਚਾ ਵਪਾਰ ਕੀਤਾ ਜੀ। ਕਹਿੰਦੇ ਗੁਰੂ ਘਰੋਂ ਸ਼ਾਬਾਸ਼ੇ ਦੇ ਪਾਤਰ ਨੇ, ਗੁਰੂ ਉਹਨਾਂ ਨੂੰ ਸ਼ਾਬਾਸ਼ ਦਿੰਦਾ ਹੈ। ਕਹਿੰਦਾ ਧੰਨ ਹੋ ਪੁੱਤਰ, ਤੁਸੀਂ ਚੰਗੇ ਹੋ, ਤੁਹਾਨੂੰ ਸ਼ਾਬਾਸ਼ ਹੈ ਵੀ ਜਿਹੜੇ ਕੰਮ ਵਾਸਤੇ ਤੁਸੀਂ ਆਏ ਹੋ ਕਰ ਰਹੇ ਹੋ। ਬੱਚਾ ਕਾਮਯਾਬ ਹੋ ਜਾਏ ਕਿਸੇ ਕੰਮ 'ਚ, ਬਾਪ ਨੂੰ ਖੁਸ਼ੀ ਵੀ ਮਿਲਦੀ, ਔਰ ਸ਼ਾਬਾਸ਼ੀ ਵੀ ਦਿੰਦਾ। ਕਹਿੰਦਾ ਪੁੱਤਰ ਬਹੁਤ ਹੀ ਸ਼ਾਬਾਸ਼, ਕੰਮ ਤੇਰੇ ਕਰਨ ਵਾਲਾ ਹੀ। ਇਸੇ ਤਰ੍ਹਾਂ ਜਿਹੜੇ ਸੱਚ ਦਾ ਵਪਾਰ ਕਰਦੇ ਨੇ, ਗੁਰੂ ਤੋਂ ਸ਼ਾਬਾਸ਼ੀ ਲੈਂਦੇ ਨੇ, ਤੇ ਗੁਰੂ ਉਹਨਾਂ ਦੇ ਪ੍ਰਸੰਨ ਹੋ ਜਾਂਦਾ ਹੈ। ਕਹਿੰਦੇ ਗੁਰੂ ਵਸਤ ਪਛਾਣ ਕੇ, ਸਤਿਗੁਰੂ ਵਸਤ ਨੂੰ ਪਛਾਣ ਲੈਂਦਾ, ਰੱਬ ਦੇ ਘਰ ਕੁਰਬਾਨ ਕਰਵਾ ਦਿੰਦੇ, ਜਿਹਦੇ ਕੋਲ ਸੱਚ ਰੂਪੀ ਸੌਦਾ ਹੈ। ਸੌਦਾ ਤਾਂ ਹੀ ਸਾਰਿਆਂ ਨੇ ਲੈ ਕੇ ਜਾਣਾ। ਕਿਸੇ ਨੇ ਅਵਗਣਾ ਕੀ ਬੰਨ੍ਹੈ ਗੰਠੜੀ ਗੁੜਨਾ ਵਿਹਾਜੇ ਕੋਏ, ਕਹਿੰਦੇ ਔਗਣਾ ਦੀਆਂ ਪੰਡਾਂ ਬੰਨੀ ਬੈਠੇ, ਗੁੜ ਤੇ ਇੱਕ ਵੀ ਨਹੀਂ ਹੈ। ਤੇ ਨਿਕਲਣਾ ਉਹ ਹੀ ਹੈ ਫਰੋਲਿਆਂ ਅੰਦਰੋਂ, ਜੋ ਕੋਈ ਸਾਡੇ ਅੰਦਰ ਹੈ। ਵੀ ਗੁੜ ਦੇ ਉੱਤੇ ਗੁੜ ਨਿਕਲਣਗੇ, ਗੁਰੂ ਗਵਾਹੀ ਭਰੇਗਾ। ਤੇ ਨਹੀਂ ਤੇ ਭੈੜੇ ਬੰਦੇ ਦੀ ਹਾਮੀ ਕੋਈ ਵੀ ਨਹੀਂ ਭਰਦਾ ਹੈ। ਪੰਚਾਇਤ 'ਚ ਪਤਾ ਵੀ ਆਹ ਬੰਦਾ ਚੋਰੀ ਕਰਦਾ ਹੈ, ਉਹ ਸਰਪੰਚ ਸਾਹਿਬ ਨੂੰ ਸੱਦਦੀ, ਪੁਲਿਸ ਆਓ, ਕਹਿੰਦਾ ਮੈਂ ਨਹੀਂ ਆਉਣਾ, ਮੇਰੇ ਵੱਲੋਂ ਜੋ ਕੁਝ ਮਰਜ਼ੀ ਕਰੋ, ਮੈਨੂੰ ਇਹਦੇ ਤੇ ਇਤਬਾਰ ਨਹੀਂ। ਜੇ ਸੱਚਾ ਹੋਵੇ ਤੇ ਉਹ 4 ਬੰਦਿਆਂ ਨੂੰ ਹੋਰ ਵੀ ਸਰਪੰਚ ਇਕੱਠੇ ਕਰਕੇ ਲੈ ਜਾਂਦਾ, ਕਹਿੰਦੇ ਆਓ ਭਾਈ, ਉਸ ਬੰਦੇ ਨਾਲ ਗਲਤ ਹੋ ਰਿਹਾ, ਸਾਨੂੰ ਸਾਰਿਆਂ ਨੂੰ ਉੱਥੇ ਗਵਾਹੀ ਦੇਣੀ ਬਣਦੀ ਹੈ, ਇਹ ਬੰਦਾ ਠੀਕ ਹੈ। ਇਸ ਤਰ੍ਹਾਂ ਗੁਰੂ ਸਾਡੀ ਗਵਾਹੀ ਭਰਦਾ ਹੈ, ਭਾਈ ਇਹ ਮੇਰੇ ਕੋਲ ਬੈਠਾ ਰਿਹਾ, ਇਹ ਬੰਦਾ ਠੀਕ ਹੈ, ਮੈਂ ਇਹਦੀ ਜਾਬੜੀ ਭਰਦਾ ਹਾਂ, ਮੈਂ ਇਹਦੀ ਹਾਮੀ ਭਰਦਾ ਹਾਂ, ਮੇਰੇ ਕਰਕੇ ਤੁਸੀਂ ਇਹਨੂੰ ਮਾਫ ਕਰ ਦੇਣਾ ਕਰੋ। ਜਦੋਂ ਗੁਰੂ ਇਸ ਤਰ੍ਹਾਂ ਹਾਮੀ ਭਰੇਗਾ ਸਾਡੇ 'ਚ ਸੱਚ ਵੇਖ ਕੇ, ਫਿਰ ਸਦਾ ਵਾਸਤੇ ਰੂਹ ਜਿਹੜੀ ਉਹ ਪਰਮਾਤਮਾ ਵਿੱਚ ਸਮਾ ਜਾਏਗੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਖੁਦਾ ਚੁੱਕਾ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਭਾਈ ਇਹਨਾਂ ਸਥਾਨਾਂ ਦੀ ਸੇਵਾਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਹੈ। ਚੱਲ ਰਹੀਆਂ ਸੇਵਾਵਾਂ 'ਚ ਹਿੱਸੇ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਖੁਦਾ ਚੁੱਕਾ ਦੀ ਖਿਮਾ।
ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ